ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਉਤਰੇ ਮ੍ਰਿਤਕਾ ਕੀ ਸੋਪਾਨ, ਬਖਤੂ ਸਿੰਘ ਤਖਤੂ ਸਿੰਘ ਜਾਨ। ਉਤਰੇ ਮ੍ਰਿਤਕਾ ਕੀ ਸੋਪਾਨ, ਬਖਤੂ ਸਿੰਘ ਤਖਤੂ ਸਿੰਘ ਜਾਨ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੋਵਿੰਦ ਸਿੰਘ ਗੁਰੂ ਗਤ ਦਾਇਕ, ਆਨ ਕੀ ਆਸਨਿ ਮਨ ਰਾਏ। ਚਾਤ੍ਰਿਕ ਚੇਤ ਮੋਹਰ ਮੋਹਰਟ, ਸਵਾਦ ਦੇਦਾਰ ਕਵੈ ਏਉ ਪਾਏ। ਜਿਉ ਪਤੰਗ ਲਿਓ ਕੀ ਡੋਰ ਬਧਾ, ਡਗ ਡੋਲ ਸੋਲਿਓ ਮਿਲਾਏ। ਸਿੰਧੋ ਤਾਸਨ ਭਵ ਕੀ ਗਤ, ਮੋਹਿ ਮਿਆ ਕਰ ਲਿਓ ਬਚਾਏ। ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਿਸ਼ਲ ਪਤਤ ਪਾਵਨ ਦੀਨਾਵੰਦੋ, ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਇੱਕ ਦਿਨ ਦਾ ਜ਼ਿਕਰ ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕੇ ਭਾਈ ਰਾਮ ਸਿੰਘ ਨੂੰ ਕਹਿਣ ਲੱਗੇ ਵੀ ਅਸੀਂ ਤੇਰਾ ਘਰ ਇੱਕ ਵਾਰੀ ਜ਼ਰੂਰ ਜਾ ਕਰਕੇ ਦੇਖਣਾ। ਸੁਣ ਕਰਕੇ ਭਾਈ ਰਾਮ ਸਿੰਘ ਨੇ ਦੋਵੇਂ ਹੱਥ ਜੋੜੇ, ਸੱਚੇ ਪਾਤਸ਼ਾਹ ਗਰੀਬ ਨਵਾਜ਼, ਸਾਡੇ ਇਲਾਕੇ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਚਾਰੇ ਪਾਸੇ ਰੇਤ ਦੇ ਟਿੱਬੇ ਹੀ ਟਿੱਬੇ ਹਨ। ਜਦੋਂ ਮਾੜੀ ਜੀ ਹਵਾ ਵਗ ਪਈ, ਚਾਰੇ ਪਾਸੇ ਵੱਡੀਆਂ ਵੱਡੀਆਂ ਅੰਧੇਰੀਆਂ ਚੱਲਣ ਲੱਗ ਜਾਂਦੀਆਂ ਹਨ। ਨਾ ਕੋਈ ਉੱਥੇ ਵਿਸ਼ੇਸ਼ ਤੌਰ 'ਤੇ ਪਾਣੀ ਦਾ ਪ੍ਰਬੰਧ ਵੀ ਹੈ ਨਹੀਂ। ਜੇਠ ਦਾੜ ਦੇ ਮਹੀਨੇ 'ਚ ਜਿਹੜੀਆਂ ਤੱਤੀਆਂ ਲੋਆਂ ਉਹ ਵੀ ਸਰੀਰ ਨੂੰ ਬੜਾ ਤਪਾਉਣ ਲੱਗ ਜਾਂਦੀਆਂ ਹਨ। ਸੱਚੇ ਪਾਤਸ਼ਾਹ ਉੱਥੇ ਤਾਂ ਥੋੜ੍ਹਾ ਟਾਈਮ ਵੀ ਕੱਟਣਾ ਬੜਾ ਔਖਾ ਹੈ। ਮਹਾਰਾਜ ਕਹਿਣ ਲੱਗੇ ਵੀ ਚਾਹੇ ਕੁਛ ਹੈ, ਇੱਕ ਵਾਰੀ ਤਾਂ ਅਸੀਂ ਤੇਰੇ ਪਿੰਡ ਦੇ ਵਿੱਚ ਜ਼ਰੂਰ ਜਾਵਾਂਗੇ। ਸਤਿਗੁਰੂ ਜੀ ਨੇ ਆਪਣੇ ਜਿਹੜੇ ਡੇਰੇ ਸਾਬੋ ਕੀ ਤਲਵੰਡੀ ਤੋਂ ਕੋਚ ਕਰ ਲਏ ਸਨ। ਜਾਂਦਿਆਂ ਜਦੋਂ ਅੱਗੇ ਭਾਈ ਕਾ ਚੱਕ ਇਹ ਪਿੰਡ ਆ ਗਿਆ, ਉੱਥੇ ਫਿਰ ਮਹਾਰਾਜ ਨੇ ਆਪਣੇ ਡੇਰੇ ਲਗਾਏ ਸਨ। ਭਾਈ ਰਾਮ ਸਿੰਘ ਨੇ ਪਹਿਲਾਂ ਹੀ ਬਾਹਰਲੇ ਪਾਸੇ ਕਿਹੋ ਜਿਹਾ ਛੋਟਾ ਜਿਹਾ ਝੌਂਪੜਾ ਬਣਵਾਇਆ।
ਵੀ ਜਿਹਦੇ ਅੰਦਰਲੇ ਪਾਸੇ ਨੇ ਪਹਿਲਾਂ ਹੀ ਬਹੁਤ ਮੋਟਾ ਮੋਟਾ ਰੇਤਾ ਵਿਛਾ ਕੇ ਉਹਨੂੰ ਜਲ ਦੇ ਨਾਲ ਚੰਗੀ ਤਰ੍ਹਾਂ ਭਿਉਂ ਦਿੱਤਾ ਹੈ। ਭਾਵੇਂ ਇਹ ਝੌਂਪੜੀ ਜੀ ਛੋਟੇ ਆਕਾਰ ਦੀ ਇਹਨੇ ਤਿਆਰ ਕਰਵਾਈ, ਔਰ ਜਿਹੜੇ ਕੋਰੇ ਘੜੇ ਪਾਣੀ ਦੇ ਨਾਲ ਪ੍ਰਵਾਹ ਕਰਕੇ ਰੱਖ ਦਿੱਤੇ ਸਨ। ਇਸੇ ਤਰ੍ਹਾਂ ਝੌਂਪੜੀ ਦੇ ਆਲੇ ਦੁਆਲੇ ਜੋ ਵੀ ਘਾਹ ਹੈ, ਫੂਸ ਹੈ, ਟਾਹਣੀਆਂ, ਇਹ ਵੀ ਪਾਣੀ ਦੇ ਨਾਲ ਗਿੱਲੀਆਂ ਕਰ ਦਿੱਤੀਆਂ ਸਨ। ਕੋਰੇ ਘੜੇ ਉਹ ਵੀ ਇਹਨੇ ਜਲ ਦੇ ਨਾਲ ਪ੍ਰਵਾਹ ਕਰਕੇ ਟਿਕਾ ਦਿੱਤੇ ਸੀ। ਹੁਣ ਜਿਵੇਂ ਜਿਵੇਂ ਤੇਜ਼ ਹਵਾ ਉਹਨਾਂ ਘੜਿਆਂ ਨੂੰ ਟੱਚ ਹੋ ਕਰਕੇ ਅੱਗੇ ਲੰਘਦੀ ਹੈ, ਉਹ ਜਿਹੜੀ ਪਵਨ ਵੀ ਬੜੀ ਠੰਡੀ ਹੋ ਗਈ। ਇਹੋ ਜਿਹਾ ਬੜਾ ਪ੍ਰਬੰਧ ਇਹਨੇ ਸਤਿਗੁਰੂ ਜੀ ਦੇ ਸਜਣ ਦੇ ਲਈ ਕੀਤਾ ਸੀ। ਪਰ ਜਦੋਂ ਦੀਨ ਦੁਨੀਆ ਦੇ ਮਾਲਕ ਇਸ ਛੋਟੇ ਜਿਹੇ ਝੌਂਪੜੇ ਦੇ ਵਿੱਚ ਬੜੇ ਦੇਖਿਆ ਵੀ ਇੱਥੇ ਤਾਂ ਠੰਡੀ ਠੰਡੀ ਬੜੀ ਹਵਾ ਆ ਰਹੀ ਹੈ। ਸਤਿਗੁਰੂ ਜੀ ਪੁੱਛਣ ਲੱਗੇ ਭਾਈ ਰਾਮ ਸਿੰਘ ਨੂੰ ਵੀ ਤੂੰ ਤਾਂ ਕਹਿੰਦਾ ਸੀ ਮੇਰੇ ਇਲਾਕੇ 'ਚ ਬੜੀ ਗਰਮੀ, ਬੜੀਆਂ ਤੱਤੀਆਂ ਲੋਆਂ ਵਗਦੀਆਂ ਹਨ, ਪਰ ਆ ਜਿਹੜੀ ਜਗ੍ਹਾ ਸਾਨੂੰ ਇਉਂ ਭਾਸ ਰਿਹਾ ਵੀ ਜਿਵੇਂ ਨਾ ਅਸੀਂ ਪੌਂਟਾ ਸਾਹਿਬ ਜਮਨਾ ਦੇ ਕਿਨਾਰੇ 'ਤੇ ਬੈਠ ਕਰਕੇ ਠੰਡੀ ਠੰਡੀ ਹਵਾ ਦਾ ਬੜਾ ਆਨੰਦ ਮਾਣਿਆ ਕਰਦੇ ਸੀ। ਇਹ ਝੌਂਪੜਾ ਕਾਹਦਾ ਹੈ? ਇਹ ਤਾਂ ਚਾਰੇ ਪਾਸੋਂ ਬੜੀ ਜਿਹੜੀ ਠੰਡੀ ਹਵਾ ਆ ਰਹੀ ਹੈ। ਛੋਟਾ ਜਿਹਾ ਪਲੰਘਾ ਵੀ ਇਹਨੇ ਅੰਦਰਲੇ ਪਾਸੇ ਡਹਾਇਆ ਹੋਇਆ ਸੀ। ਇੱਕ ਰਾਤ ਮਹਾਰਾਜ ਨੇ ਇੱਥੇ ਰਹਿ ਕਰਕੇ ਬਤੀਤ ਕੀਤੀ। ਸ਼ਾਮ ਦੇ ਵਕਤ ਉਸ ਸਮੇਂ ਭਾਈ ਰਾਮ ਸਿੰਘ ਜੀ ਹੱਥ ਜੋੜਨ ਲੱਗੇ, ਸੱਚੇ ਪਾਤਸ਼ਾਹ ਵੀ ਹੁਣ ਮੇਰੇ ਘਰ ਦੇ ਵਿੱਚ ਵੀ ਚਰਨ ਪਾ ਦਿਓ। ਮਸਾਂ ਆਪ ਨੇ ਇਸ ਇਲਾਕੇ ਦੇ ਵਿੱਚ ਪ੍ਰਵੇਸ਼ ਕੀਤਾ। ਜਦੋਂ ਆਪ ਜੀ ਦੇ ਚਰਨ ਪੈ ਕੇ ਸਾਡੇ ਤਾਂ ਸਾਰੇ ਘਰ ਹੀ ਪਵਿੱਤਰ ਹੋ ਜਾਣੇ ਹਨ। ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਵੈਸੇ ਤਾਂ ਅਸੀਂ ਇੱਥੇ ਹੀ ਬੜੇ ਆਨੰਦ ਦੇ ਸਹਿਤ ਬੈਠੇ ਹਾਂ, ਪਰ ਭਾਈ ਰਾਮ ਸਿੰਘ ਬਾਰ ਮਹਾਰਾਜ ਦੇ ਅੱਗੇ ਹੱਥੀ ਜੋੜਨ ਲੱਗ ਪਏ। ਇਸ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਜਦੋਂ ਸਤਿਗੁਰੂ ਜੀ ਭਾਈ ਕਾ ਚੱਕ ਜੋ ਇਹਦਾ ਪਿੰਡ ਪੈਂਦਾ ਸੀ, ਇਹਦੇ ਘਰ ਦੇ ਵਿੱਚ ਚਰਨ ਪਾਉਣ ਦੇ ਲਈ ਤੁਰੇ। ਜਿਹੜੀ ਸੀ ਇਹਦੀ ਮਤਰੇਮਾ ਚਾਚੀ ਮਾਈ ਦੇਸਾਂ, ਉਹਨੇ ਸੋਚਿਆ ਵੀ ਮੈਂ ਆਪਣੇ ਸ਼ਰੀਕਾ ਦੇ ਘਰ ਦੇ ਵਿੱਚ ਨਹੀਂ ਜਾਣਾ। ਸਤਿਗੁਰੂ ਜੀ ਨੇ ਸਰਬੱਗੰਤਰ ਜਾਮੀ ਮੇਰੇ ਹਿਰਦੇ ਭਾਵਨਾ ਆਪਣੇ ਆਪ ਹੀ ਦਸ਼ਮੇਸ਼ ਪਿਤਾ ਨੇ ਜਾਣ ਲੈਣੀ ਹੈ। ਉਹ ਇੱਕ ਚਿੱਟੇ ਰੰਗ ਦਾ ਬਹੁਤ ਬਰੀਕ ਸੂਤ ਦਾ ਜਿਹੜਾ ਬਣਾਇਆ ਹੋਇਆ ਖੇਸ ਬਾਂਹ ਦੇ ਉੱਪਰ ਆ ਕਰਕੇ ਉੱਪਰੋਂ ਉਹਨੇ ਆਪਣੇ ਕੱਪੜੇ ਦੇ ਨਾਲ ਢੱਕ ਲਿਆ। ਜਦੋਂ ਹੁਣ ਸਤਿਗੁਰੂ ਜੀ ਨੇੜੇ ਗਏ, ਇਹ ਵੀ ਵਿਚਾਰੀ ਮਾਤਾ ਅੰਦਰੋਂ ਅੰਦਰ ਹੀ ਬਾਰ ਬੇਨਤੀਆਂ ਕਰਦੀ ਹੈ, ਸੱਚੇ ਪਾਤਸ਼ਾਹ ਵੀ ਮੇਰੇ ਉੱਪਰ ਵੀ ਕਿਰਪਾ ਕਰ ਦਿਓ, ਮੈਂ ਇਹਨਾਂ ਦੇ ਘਰ ਦੇ ਵਿੱਚ ਜਾਣਾ ਨਹੀਂ ਚਾਹੁੰਦੀ। ਜਦੋਂ ਮਹਾਰਾਜ ਨੇ ਉਸ ਮਾਈ ਦੇਸਾਂ ਦੇ ਵੱਲ ਰੁਖ ਕੀਤਾ, ਭਾਈ ਰਾਮ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਵੀ ਮੇਰਾ ਘਰ ਤਾਂ ਆ ਦੂਸਰੀ ਸਾਈਡ 'ਤੇ ਪੈਂਦਾ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਤੂੰ ਚੱਲ, ਅਸੀਂ ਤੇਰੇ ਪਿੱਛੇ ਹੁਣੇ ਪਹੁੰਚ ਜਾਂਦੇ ਹਾਂ। ਜਦੋਂ ਸਤਿਗੁਰੂ ਜੀ ਦਾ ਕੀਤਾ ਦਰਸ਼ਨ, ਇਹਦੇ ਮਨ ਦੇ ਵਿੱਚ ਵੀ ਬੜਾ
ਆਨੰਦ ਬੜੀ ਖੁਸ਼ੀ ਚੜ੍ਹ ਗਈ ਵੀ ਦੇਖੋ ਮੇਰੇ ਮਨ ਦੀ ਭਾਵਨਾ ਸਤਿਗੁਰੂ ਜੀ ਨੇ ਆਪਣੇ ਆਪ ਹੀ ਪੂਰੀ ਕਰ ਦਿੱਤੀ ਹੈ। ਜਦੋਂ ਭਾਈ ਰਾਮ ਸਿੰਘ ਜੀ ਦੇ ਘਰੇ ਪਹੁੰਚੇ, ਇਹਨਾਂ ਨੇ ਅੱਗੇ ਚੌਬਾਰੇ ਉੱਪਰ ਚੜ੍ਹਨ ਦੇ ਲਈ ਲੱਕੜ ਦੀ ਪੌੜੀ ਰੱਖੀ ਹੋਈ ਸੀ। ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਘਰਾਂ 'ਚ ਆਮ ਤੌਰ 'ਤੇ ਲੱਕੜ ਦੀਆਂ ਇਹ ਡੰਡਿਆਂ ਵਾਲੀਆਂ ਹੀ ਪੌੜੀਆਂ ਹੋਇਆ ਕਰਦੀਆਂ ਸਨ। ਸਤਿਗੁਰੂ ਜੀ ਜਦੋਂ ਚੁਬਾਰੇ 'ਤੇ ਚੜ੍ਹੇ, ਉਸ ਸਮੇਂ ਜਿਹੜਾ ਸੀ ਦੂਸਰਾ ਘਰ, ਉਹਦੇ ਵੱਲ ਨਿਗਾਹ ਮਾਰੀ ਜੋ ਪਾਈ ਤਖਤੂ ਤੇ ਬਗਤੂਏ ਦੇ ਭਰਾਵਾਂ ਦੇ ਥਾਂ 'ਤੇ ਵੈਸੇ ਲੱਗਦੇ ਸਨ। ਉਹਨਾਂ ਨੇ ਚੁਬਾਰੇ ਉੱਪਰ ਚੜ੍ਹਨ ਵਾਸਤੇ ਆਪਣੀਆਂ ਮਿੱਟੀ ਦੀਆਂ ਕੱਚੀਆਂ ਪੌੜੀਆਂ ਤਿਆਰ ਕੀਤੀਆਂ ਹੋਈਆਂ ਸੀ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਰਾਮ ਸਿਆ ਤੈਂ ਸਾਡੇ ਨਾਲ ਕੀ ਕੀਤਾ? ਮਸਾਂ ਡੰਡਿਆਂ ਨੂੰ ਫੜ ਕਰਕੇ ਅਸੀਂ ਚੁਬਾਰੇ 'ਚ ਚੜ੍ਹੇ ਹਾਂ। ਇਸ ਥਾਂ 'ਤੇ ਵੀ ਸਤਿਗੁਰੂ ਜੀ ਨੇ ਰਾਤ ਬਤੀਤ ਕੀਤੀ। ਅਗਲੇ ਦਿਨ ਜਿਹੜੀਆਂ ਸੀ ਇਸ ਦੀ ਚਾਚੀ ਦੇ ਘਰ ਦੇ ਵਿੱਚ ਕੱਚੀਆਂ ਮਿੱਟੀ ਦੀਆਂ ਪੌੜੀਆਂ ਬਣਾਈਆਂ ਹੋਈਆਂ ਸਨ, ਉਸ ਦੇ ਥਾਂ ਹੀ ਸਤਿਗੁਰੂ ਜੀ ਜਦੋਂ ਥੱਲੇ ਉਤਰੇ ਦੇ ਕਰਕੇ ਭਾਈ ਤਖਤੋ ਤੇ ਭਾਈ ਭਗਤੋ ਸਿੰਘ, ਇਹਨਾਂ ਦੇ ਮਨ ਦੇ ਵਿੱਚ ਵੀ ਉਸ ਸਮੇਂ ਬੜੀ ਪ੍ਰਸੰਨਤਾ ਪੈਦਾ ਹੋ ਗਈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਤਰੇ ਮ੍ਰਿਤਕਾ ਕੀ ਸੌ ਪਾਨ। ਸਤਿਗੁਰੂ ਸੱਚੇ ਪਾਤਸ਼ਾਹ ਉਸ ਸਮੇਂ ਫਿਰ ਜਿਹੜੀਆਂ ਮਿੱਟੀ ਦੀਆਂ ਪੌੜੀਆਂ ਬਣਾਈਆਂ ਹੋਈਆਂ ਸੀ, ਉਸ ਦੇ ਥਾਈਂ ਥੱਲੇ ਉਤਰ ਆਏ ਹਨ। ਭਗਤੋ ਸਿੰਘ ਤਖਤੋ ਸਿੰਘ ਜਾਨ। ਭਾਈ ਤਖਤੋ ਸਿੰਘ ਤੇ ਭਾਈ ਭਗਤੂ ਸਿੰਘ ਦੇ ਕਰਕੇ ਵੀ ਮਨ ਦੇ ਵਿੱਚ ਬੜੇ ਖੁਸ਼ ਹੋ ਗਏ ਸਨ। ਪਲੰਗ ਡਸਾਈ ਗੁਰੂ ਬੈਠਾਈ। ਇਹਨਾਂ ਨੇ ਬੜਾ ਸੋਹਣਾ ਪਲੰਗ ਢਾ ਕਰਕੇ ਮਹਾਰਾਜ ਨੂੰ ਉਹਦੇ ਉੱਪਰ ਬਿਠਾ ਦਿੱਤਾ ਸੀ। ਟਿਕਿਓ ਮਾਥ ਅਕੋਰ ਚੜਾਈ। ਜਥਾ ਜੋ ਇਹਨਾਂ ਨੇ ਵੀ ਮਹਾਰਾਜ ਦੇ ਅੱਗੇ ਭੇਟਾ ਅਰਪਣ ਕਰ ਦਿੱਤੀ ਹੈ। ਇੱਕ ਬਾਲਕ ਤਿੰਨ ਕੋ ਤਬ ਆਇਓ। ਉਹ ਸਮੇਂ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਇੱਕ ਛੋਟੇ ਜਿਹੀ ਉਮਰ ਦਾ ਬੱਚਾ, ਉਹ ਵੀ ਚੱਲ ਕਰਕੇ ਜਦੋਂ ਮਹਾਰਾਜ ਦੇ ਨੇੜੇ ਆਇਆ ਸੀ। ਸ਼੍ਰੀ ਪ੍ਰਭ ਅੰਕ ਵਿਖੇ ਬੈਠਾਇਓ। ਹੁਣ ਇਸ ਵੱਡੇ ਭਾਗਾਂ ਵਾਲੇ ਬੱਚੇ ਨੂੰ ਸਤਿਗੁਰੂ ਜੀ ਨੇ ਚੁੱਕ ਕਰਕੇ ਆਪਣੀ ਗੋਦ ਦੇ ਵਿੱਚ ਬਿਠਾ ਲਿਆ। ਰਾਮ ਸਿੰਘ ਅਬਲੋਕਤ ਝਿਰਕਾ। ਇਹ ਦੇ ਕਰਕੇ ਭਾਈ ਰਾਮ ਸਿੰਘ ਜੀ ਆ ਛੋਟੇ ਜਿਹੇ ਬਾਲਕੇ ਨੂੰ ਬੜਾ ਝਿੜਕਣ ਲੱਗ ਪਏ ਵੀ ਤੈਨੂੰ ਸਤਿਗੁਰੂ ਜੀ ਦਾ ਕੋਈ ਅਦਬ ਸਤਿਕਾਰ ਨਹੀਂ ਕਰਨਾ ਆਉਂਦਾ। ਦੇਖ ਆ ਕੱਪੜੇ ਵੀ ਤੇਰੇ ਮਿੱਟੀ ਦੇ ਨਾਲ ਭਰੇ ਪਏ ਹਨ। ਆਉਣ ਸਾਰ ਤੋਂ ਮਹਾਰਾਜ ਦੀ ਗੋਦ ਦੇ ਵਿੱਚ ਚੜ੍ਹ ਕਰਕੇ ਬੈਠ ਗਿਆ ਹੈ। ਅਦਬ ਨਹੀਂ ਤੁਮ ਰਾਖਿਓ ਗੁਰ ਕਾ। ਤਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕੋਈ ਵੀ ਆਪਣੇ ਵੱਲੋਂ ਆਦਬ ਸਤਿਕਾਰ ਨਹੀਂ ਰੱਖਿਆ। ਬਸਤਰ ਯਾਦ ਸ਼ੁਭ ਵੀ ਜਿਨ ਨਾਹੀ। ਹੁਣ ਸਤਿਗੁਰੂ ਜੀ ਦੇ ਕਿਤਨੇ ਸੋਹਣੇ ਸਾਫ ਸੁਥਰੇ ਬਸਤਰ ਪਾਏ ਹੋਏ ਹਨ, ਜਿਹੜੇ ਨੇ ਭਾਵਨਾ ਵਾਲੇ ਪ੍ਰੇਮੀ। ਉਹ ਤਾਂ ਮਹਾਰਾਜ ਦੇ ਬਸਤਰਾਂ ਨੂੰ ਵੀ ਕੋਈ ਆਪਣੇ ਜਿਹੜੇ ਅੰਗ ਨਹੀਂ ਲਗਾਉਣਾ ਚਾਹੁੰਦੇ ਹਨ। ਕਰੋ ਅਬਗਿਆ ਅੰਕ ਬਿਠਾਹੀ। ਦੇਖੋ ਤੁਸੀਂ ਆ ਨਿੱਕੇ ਜਿਹੇ ਬੱਚੇ ਨੂੰ
ਗੁਰੂ ਜੀ ਦੀ ਬਿਠਾ ਕਰਕੇ ਗੋਹ ਦੇ ਵਿੱਚ ਇਹ ਬੜੀ ਬੇਅਦਬੀ ਕਰ ਦਿੱਤੀ ਹੈ। ਕਹਿਓ ਪ੍ਰਭੂ ਨਹੀਂ ਚਿਰਕਨ ਬਾਂਛੋ। ਉਸ ਸਮੇਂ ਸਤਿਗੁਰੂ ਜੀ ਨੇ ਬੜੇ ਦਿਆਲੂ ਕਰ ਭਾਲੂ ਪਤਾ ਹੈ ਮਹਾਰਾਜ ਨੂੰ ਵੀ ਇਹਦੇ ਮਨ ਦੇ ਵਿੱਚ ਥੋੜੀ ਜੀ ਜਿਹੜੀ ਦਵੈਸ਼ ਭਰੀ ਹੋਈ ਹੈ। ਸਤਿਗੁਰੂ ਜੀ ਕਹਿ ਲਗੇ ਭਾਈ ਰਾਮ ਸਿੰਘ ਆ ਵੀ ਤੂੰ ਐਵੇਂ ਇਸ ਬੱਚੇ ਨੂੰ ਵਾਧੂ ਦਾ ਆਪਣੇ ਵੱਲੋਂ ਆ ਕਰਕੇ ਝੜਕਣ ਲੱਗ ਪਿਆ ਹੈ। ਇਹ ਵੀ ਪੁਰਖ ਹੋਈ ਹੈ ਆਛੋ। ਇਸ ਨੇ ਵੀ ਸਮਾਂ ਪਾ ਕਰਕੇ ਚੰਗੀ ਅਵਸਥਾ ਵਾਲਾ ਮਹਾਂਪੁਰਖ ਇਸ ਇਲਾਕੇ ਦੇ ਵਿੱਚ ਬਣ ਜਾਣਾ ਹੈ। ਏਕ ਤੁਰੰਗਮ ਕੋ ਸ਼ਿੰਗਾਰ। ਉਹ ਸਮੇਂ ਇਹਨਾਂ ਨੇ ਇੱਕ ਘੋੜਾ ਜਿਹੜਾ ਆਪਣੇ ਵੱਲੋਂ ਸ਼ਿੰਗਾਰ ਕਰਕੇ ਲੀਏ ਰਜਤ ਪਾਨਾ 100 ਕਰ ਧਾਰ। ਇਸੇ ਤਰ੍ਹਾਂ 100 ਰੁਪਈਆ ਭਾਈ ਤਖਤੋ ਸਿੰਘ ਤੇ ਭਾਈ ਭਗਤੂ ਸਿੰਘ ਦੋਵਾਂ ਭਰਾਵਾਂ ਨੇ ਆਪਣੇ ਹੱਥਾਂ ਦੇ ਉੱਪਰ ਲਿਆ ਸੀ। ਰਾਮ ਸਿੰਘ ਇਹ ਤਬੈ ਉਪਾਇਨ। ਭਾਈ ਰਾਮ ਸਿੰਘ ਨੇ ਵੀ ਇਹ ਭੇਟਾ ਪਹਿਲਾਂ ਆਪਣੇ ਵੱਲੋਂ ਅਰਪਣ ਕੀਤੀ ਸੀ। ਦਈ ਪ੍ਰਭੂ ਕੋ ਧਰ ਸਿਰ ਪਾਇਨ। ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕਰਕੇ 100 ਰੁਪਈਆ ਤੇ ਇੱਕ ਘੋੜਾ ਮਹਾਰਾਜ ਦੇ ਅੱਗੇ ਭੇਟਾ ਕਰ ਦਿੱਤਾ ਹੈ। ਖੁਸ਼ੀ ਕਰੀ ਮਨ ਬਾਂਸ਼ਤ ਦੀਨ। ਔਰ ਸਤਿਗੁਰੂ ਜੀ ਨੇ ਭਾਈ ਰਾਮ ਸਿੰਘ ਦੇ ਉੱਪਰ ਖੁਸ਼ੀਆਂ ਕਰਕੇ ਇਸ ਨੂੰ ਵੀ ਜਿਹੜੇ ਮਨ ਬਾਸ਼ਤ ਸਾਰੇ ਜਿਹੜੇ ਫਲ ਬਖਸ਼ ਦਿੱਤੇ ਹਨ। ਕਹਿ ਕਰ ਹੈ ਮੰਗਵਾਬਨ ਕੀਨ। ਉਸੇ ਬਾਤ ਮਹਾਰਾਜ ਨੇ ਹੁਕਮ ਕਰਕੇ ਸੇਵਾਦਾਰਾਂ ਨੂੰ ਆਪਣਾ ਘੋੜਾ ਪਾਸ ਮੰਗਾ ਲਿਆ ਸੀ। ਭਈ ਅਰੂੜਨ ਪੰਥ ਪਧਾਰੀ। ਘੋੜੇ ਤੇ ਹੋ ਕਰਕੇ ਸਵਾਰ ਸਤਿਗੁਰੂ ਜੀ ਇਸ ਦਾ ਤੋਂ ਫਿਰ ਅੱਗੇ ਨੂੰ ਰਵਾਨਾ ਹੋ ਗਏ ਸਨ। ਗਮਨੇ ਕੇ ਚਿਤ ਕੋਸ ਅਗਾਰੀ। ਜਦੋਂ ਚਲਦਿਆਂ ਕਈ ਕੋ ਪਿੰਡ ਆਪਣਾ ਤੈਅ ਕਰ ਲਿਆ ਸੀ। ਪੁੱਛੋ ਗ੍ਰਾਮ ਤੀਰ ਚਲ ਗਈ। ਸਤਿਗੁਰੂ ਜੀ ਹੁਣ ਜਿਹੜਾ ਪੁੱਛੋ ਨਾਮ ਦਾ ਪਿੰਡ ਹੈ ਉਸ ਦੇ ਬਿਲਕੁਲ ਨੇੜੇ ਪਹੁੰਚ ਗਏ ਹਨ। ਤਾਹਾਂ ਤੜਾਗ ਬਿਲੋਕਤ ਭਈ। ਬਾਹਰਲੇ ਪਾਸੇ ਪਿੰਡ ਤੋਂ ਇੱਕ ਸਤਿਗੁਰੂ ਜੀ ਨੇ ਪਾਣੀ ਦੇ ਨਾਲ ਭਰਿਆ ਹੋਇਆ ਤਲਾਬ ਦੇਖਿਆ ਸੀ। ਤਿਸ ਮਹਿ ਪਾਣੀ ਕੁਛ ਕਮਲੀਨ। ਭਾਵੇਂ ਥੋੜਾ ਜਿਹਾ ਜਿਹੜਾ ਮੈਲਾ ਪਾਣੀ ਇਸ ਤਲਾਬ ਦੇ ਵਿੱਚ ਭਰਿਆ ਹੋਇਆ ਹੈ। ਤ੍ਰਿਖਾ ਤੁਰੰਗਮ ਕੀ ਪ੍ਰਭ ਚੀਨ। ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਜੇਠ ਦਾ ਮਹੀਨਾ ਹੈ ਸਾਡੇ ਘੋੜੇ ਨੂੰ ਬੜੀ ਪਿਆਸ ਲੱਗ ਚੁੱਕੀ ਹੈ। ਬੀਚ ਪਰਵੇਸ਼ੇ ਪਾਨ ਕਰਾਵਨ। ਹੁਣ ਮਹਾਰਾਜ ਉਸ ਤਲਾਬ ਦੇ ਵਿੱਚ ਆਪਣੇ ਘੋੜੇ ਨੂੰ ਬਾੜ ਕਰਕੇ ਇਹਨੂੰ ਪਾਣੀ ਪਿਲਾਉਣਾ ਚਾਹੁੰਦੇ ਸਨ। ਹੈ ਕੀ ਗਰੀਬਾ ਕੀਨ ਨਿਵਾਵਨ। ਜਦੋਂ ਘੋੜੇ ਨੇ ਪਾਣੀ ਪੀਣ ਦੇ ਲਈ ਆਪਣੀ ਜਿਹੜੀ ਗਰਦਨ ਨੀਵੀਂ ਕੀਤੀ ਹੈ ਪਾਣੀ ਪਾਨ ਨ ਕੀਨ ਪਛਾਨਾ। ਉਸ ਸਮੇਂ ਘੋੜੇ ਨੇ ਪਹਿਚਾਣ ਕਰ ਲਈ ਵੀ ਇੱਥੇ ਇੱਕ ਭਾਈ ਦਿਆਲ ਦਾਸ ਜੀ ਉਹ ਗੁਰੂ ਤੋਂ ਬੇਮੁਖ ਰਹਿੰਦੇ ਹਨ ਵੀ ਇਹਦੇ ਵਿੱਚੋਂ ਜਿਹੜੀ ਹੈ ਮਸੰਦਪਣੇ ਦੀ ਬਦਬੂ ਆ ਰਹੀ ਹੈ। ਘੋੜੇ ਦੇ ਉੱਪਰ ਵੀ ਮਹਾਰਾਜ ਦੀ ਬੜੀ ਕਿਰਪਾ ਹੋ ਚੁੱਕੀ ਸੀ। ਉਸ ਸਮੇਂ ਇਸ ਪਿੰਡ ਨੂੰ ਘੋੜੇ ਨੇ ਵੀ ਪਹਿਚਾਣ ਲਿਆ ਸੀ। ਸ਼੍ਰੀ ਮੁਖ ਤੀ ਤਿਸ ਸਮੈ ਬਖਾਨਾ। ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਕੀ ਗੱਲ ਹੋ ਗਈ ਘੋੜਾ ਹੈ ਬੜਾ ਪਿਆਸਾ ਪਰ ਅਜੇ ਤੱਕ ਇਹਨੇ ਤਲਾਬ ਦੇ ਵਿੱਚੋਂ ਇੱਕ ਘੁੱਟ ਵੀ ਜਿਹੜੀ ਪਾਣੀ ਦੀ ਨਹੀਂ ਪੀਤੀ ਹੈ। ਹੈ ਮਸੰਦ ਕੀ ਇਤ ਬਦ ਬੋਈ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ ਮਸੰਦਪਣੇ ਦੀ ਬਦਬੂ ਇਸ ਤਲਾਬ ਦੇ ਵਿੱਚੋਂ ਵੀ ਆ ਰਹੀ ਹੈ। ਜਾਂਤੀ ਅਸ ਜਲ ਛਕਿਓ ਨਾ ਸੋਈ। ਇਸ ਕਰਕੇ ਸਾਡੇ ਘੋੜੇ ਨੇ ਦੇਖੋ ਇਸ ਤਲਾਬ ਦੇ ਵਿੱਚੋਂ ਕੋਈ ਭੋਰਾ ਪਰ ਪਾਣੀ ਆਪਣੇ ਅੰਦਰ ਨਹੀਂ ਲੰਘਾਇਆ। ਗ੍ਰਾਮ ਬਿਖੈ ਸਿੱਖ ਤਬੈ ਪਠਾਇਓ। ਉਸ ਸਮੇਂ ਪੁੱਛੋ ਪਿੰਡ ਦੇ ਵਿੱਚ ਇੱਕ ਪ੍ਰੇਮੀ ਗੁਰ ਸਿੱਖ ਨੂੰ ਭੇਜ ਕਰਕੇ ਜਦੋਂ ਪਤਾ ਕੀਤਾ ਸੀ ਦਿਆਲ ਦਾਸ ਘਰ ਕੋ ਦਰਸਾਇਓ। ਦੇਖਿਆ ਵੀ ਭਾਈ ਦਿਆਲ ਦਾਸ ਇਹ ਪੁੱਛੋ ਪਿੰਡ ਦੇ ਹੀ ਰਹਿਣ ਵਾਲੇ ਹਨ। ਬੈਠਿਓ ਹੋ ਤੋ ਆਨ ਤਿਸ ਕਹਿਓ। ਜਦੋਂ ਭਾਈ
ਦਿਆਲ ਦਾਸ ਜੀ ਆਪਣੇ ਘਰ ਦੇ ਵਿੱਚ ਬੈਠੇ ਸਨ। ਸੁਨ ਕੇ ਸਭ ਹੂੰ ਨਿਸ਼ਚੈ ਲਹਿਓ। ਆ ਕਰਕੇ ਦੱਸਿਆ ਵੀ ਇਹ ਭਾਈ ਦਿਆਲ ਦਾਸ ਦਾ ਤਾਲਾਬ ਹੋਣ ਦੇ ਕਾਰਨ ਉਹ ਸਤਿਗੁਰੂ ਜੀ ਦੇ ਘੋੜੇ ਨੇ ਤਲਾਬ 'ਚੋਂ ਕੋਈ ਪਾਣੀ ਨਹੀਂ ਪੀਤਾ ਹੈ। ਦਿਆਲ ਦਾਸ ਸੁਨ ਕੇ ਆਗ ਬਨੂ। ਹੁਣ ਜਦੋਂ ਮਹਾਰਾਜ ਦੇ ਆਉਣ ਦੀ ਖਬਰ ਭਾਈ ਦਿਆਲ ਦਾਸ ਜੀ ਨੇ ਵੀ ਕੰਨਾਂ ਦੇ ਨਾਲ ਸੁਣ ਲਈ ਸੀ। ਤੂਰਨ ਗਮਨਿਓ ਤਿਆਗਤ ਪਵਨੂ। ਆਪਣੇ ਘਰ ਨੂੰ ਛੱਡ ਕੇ ਇਹ ਵੀ ਮਹਾਰਾਜ ਦਾ ਦਰਸ਼ਨ ਕਰਨ ਦੇ ਲਈ ਚੱਲ ਪਏ ਨੇ। ਮਿਲਿਓ ਜਾਈ ਪੱਗ ਬੰਧਨ ਠਾਨੀ। ਰਾਹ ਦੇ ਵਿੱਚ ਭਾਈ ਦਿਆਲ ਦਾਸ ਜੀ ਨੇ ਮਿਲ ਕਰਕੇ ਜਦੋਂ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਹਾਥ ਜੋੜ ਕਰ ਅਰਜ ਬਖਾਨੀ। ਇਹਨਾਂ ਨੇ ਹੱਥ ਜੋੜ ਕੇ ਬਾਰ-ਬਾਰ ਮਹਾਰਾਜ ਦੇ ਅੱਗੇ ਬੜੀਆਂ ਜੋਦੜੀਆਂ ਬੜੇ ਮਿੰਨਤਾਂ ਤਰਲੇ ਕੀਤੇ ਸਨ। ਸ਼੍ਰੀ ਸਤਿਗੁਰ ਕੀਜੈ ਇਤ ਡੇਰਾ। ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਡੇ ਪਿੰਡ ਦੇ ਵਿੱਚ ਹੀ ਆਪ ਡੇਰਾ ਲਗਾਉਣਾ ਕਰੋ। ਜਾਨੋ ਭਲੇ ਕਦੀਮੀ ਚੇਰਾ। ਤੇ ਮੈਂ ਬੜੇ ਲੰਮੇ ਅਰਸੇ ਤੋਂ ਆਪ ਜੀ ਦੇ ਚਰਨਾਂ ਦਾ ਸੇਵਕ ਦਾਸ ਬਣਿਆ ਹੋਇਆ। ਸਾਡੇ ਪਰਿਵਾਰ ਦੇ ਵਿੱਚ ਮਹਾਰਾਜ ਇਹ ਕਈ ਪੁਸਤਾਂ ਤੋਂ ਆਪ ਦੀ ਗੁਰਸਿੱਖੀ ਵੀ ਚੱਲੀ ਆਉਂਦੀ ਹੈ। ਸੁਣ ਕੇ ਸ਼੍ਰੀ ਮੁਖ ਤੇ ਪੁਰਮਾਈ। ਸੁਣ ਕਰਕੇ ਸਤਿਗੁਰੂ ਜੀ ਨੇ ਕੋਈ ਖਾਸ ਤੌਰ ਤੇ ਭਾਈ ਦਿਆਲ ਦਾਸ ਜੀ ਦੇ ਵੱਲ ਆਪਣਾ ਰੁਖ ਨਹੀਂ ਕੀਤਾ। ਰਸਨਾ ਤੋਂ ਮਹਾਰਾਜ ਕਹਿਣ ਲੱਗੇ ਸੀ, ਉਤਰੈ ਭਾਗੋ ਗ੍ਰਾਮ ਸੋ ਜਾਈ। ਭਾਈ ਦਿਆਲ ਦਾਸ ਅਸੀਂ ਤਾਂ ਅੱਗੇ ਭਾਈ ਭਾਗੋ ਕੇ ਪਿੰਡ ਦੇ ਵਿੱਚ ਜਾ ਕਰਕੇ ਡੇਰੇ ਲਗਾਉਣੇ ਨੇ। ਲਖਿਓ ਬ੍ਰਿਧ ਬਹੁ ਬਿਨੈ ਬਖਾਨੀ। ਪਰ ਜਦੋਂ ਸਤਿਗੁਰੂ ਜੀ ਨੇ ਦੇਖਿਆ ਵੀ ਇੱਕ ਵੱਡੀ ਉਮਰ ਦੇ ਭਾਈ ਦਿਆਲ ਦਾਸ ਜੀ ਬਾਰ-ਬਾਰ ਬੇਨਤੀਆਂ ਵੀ ਕਰ ਰਹੇ ਸਨ, ਤਿਆਗ ਕਰੀ ਮੈਂ ਦੀਗ ਮਹਾਨੀ। ਕਹਿਣ ਲੱਗਿਆ ਸੱਚੇ ਪਾਤਸ਼ਾਹ ਵੀ ਮੈਂ ਤਾਂ ਸੰਗਤਾਂ ਦੇ ਵਾਸਤੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਵੀ ਤਿਆਰ ਕੀਤਾ ਹੋਇਆ। ਭੋਜਨ ਅਚਹੋ ਕਰੋ ਵਰਤਾਵਨ। ਮਹਾਰਾਜ ਇੱਥੇ ਡੇਰੇ ਲਗਾ ਕਰਕੇ ਨਾਲ ਆਪ ਵੀ ਛਕੋ। ਜੋ ਵੀ ਲੰਗਰ ਪਾਣੀ ਮੈਂ ਬਣਾਇਆ ਇੱਥੇ ਸਾਰੇ ਪ੍ਰੇਮੀਆਂ ਨੇ ਵੀ ਡੇਰਾ ਲਗਾ ਕਰਕੇ ਛਕ ਲੈਣਾ ਹੈ। ਪਾਵਨ ਪਾਵਨ ਕਰ ਘਰ ਪਾਵਨ। ਜਦੋਂ ਆਪ ਦੇ ਚਰਨ ਪੈ ਗਏ ਆ ਸਾਡੇ ਸਾਰੇ ਘਰ ਹੀ ਪਵਿੱਤਰ ਹੋ ਜਾਣੇ ਹਨ। ਪੁੰਨ ਗੁਰ ਭਨਿਓ ਨਾ ਉਤਰਨ ਬਨੈ। ਇਹ ਸੁਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਭੁੱਚੋ ਪਿੰਡ ਦੇ ਵਿੱਚ ਅਸੀਂ ਡੇਰਾ ਨਹੀਂ ਲਗਾਉਣਾ ਚਾਹੁੰਦੇ ਆ। ਗਮਨੈ ਪੰਥ ਕਾਮ ਹਵੈ ਕਨੈ। ਦੇਖੋ ਹੁਣ ਗਰਮੀ ਵੀ ਬਹੁਤ ਜ਼ਿਆਦਾ ਵਧਣ ਲੱਗ ਪਈ ਹੈ। ਹਿਮ ਕਹਿ ਅਗਰ ਪਿਆਨੋ ਕੀਨ। ਇਹ ਸਤਿਗੁਰੂ ਜੀ ਨੇ ਬਚਨ ਕਰਕੇ ਇਸ ਥਾਂ ਤੋਂ ਆਪਣੇ ਡੇਰੇ ਜਿਹੜੇ ਅੱਗੇ ਨੂੰ ਕੂਚ ਕਰ ਲਏ ਸੀ। ਦਿਆਲ ਦਾਸ ਤੇ ਲੀਨ ਨਾ ਦੀਨ। ਸਤਿਗੁਰੂ ਜੀ ਨੇ ਆਪਣੀ ਬਾਤ ਦੇ ਵਿੱਚ ਨਾ ਤਾਂ ਕੋਈ ਭਾਈ ਦਿਆਲ ਦਾਸ ਜੀ ਦੇ ਪਾਸੋਂ ਪਦਾਰਥ ਲਿਆ ਤੇ ਨਾ ਇਹਦੇ ਨਾਲ ਕੋਈ ਵਿਸ਼ੇਸ਼ ਤੌਰ ਤੇ ਬਚਨ ਬਲਾਸ ਵੀ ਨਹੀਂ ਕੀਤੇ ਸਨ। ਰਾਮ ਸਿੰਘ ਤਿਹ ਸੰਗ ਉਬਾਚਾ। ਉਸ ਸਮੇਂ ਭਾਈ ਰਾਮ ਸਿੰਘ ਇਹ ਨੇ ਬੜੇ ਸਰਦਾਲੂ ਪ੍ਰੇਮੀ ਦੇਖ ਲਿਆ ਇਹ ਸਤਿਗੁਰੂ ਜੀ ਦੇ ਮਨ ਦੇ ਅੰਦਰ ਅਜੇ ਵੀ ਭਾਈ ਦਿਆਲ ਦਾਸ ਜੀ ਦੇ ਉੱਪਰ ਬੜੀ ਨਾਰਾਜ਼ਗੀ ਭਰੀ ਹੋਈ ਹੈ। ਅਬ ਉਪਚਾਰ ਕਰੋ ਹਿਮ ਚਾਚਾ। ਕਹਿਣ ਲੱਗੇ ਚਾਚਾ ਜੀ ਦੇਖੋ ਹੁਣ ਤੁਹਾਨੂੰ ਇਹ ਉਪਾਅ ਯਤਨ ਆਪਣੇ ਆਪ ਹੀ ਕਰਨਾ ਪਵੇਗਾ। ਸਕਲ ਆਹਾਰ ਤਿਹਾਵਲ ਜੋਈ। ਜੋ ਤੁਸੀਂ ਬਹੁਤ ਸਾਰਾ ਕੜਾਹ ਪ੍ਰਸ਼ਾਦ ਗੁਰੂ ਕੇ ਲੰਗਰ ਸੰਗਤਾਂ ਦੇ ਲਈ ਤਿਆਰ ਕੀਤੇ ਹਨ, ਉਪਰ ਸਕਟ ਲਾਦ ਲਿਓ ਸੋਈ। ਇਹਨਾਂ ਸਾਰੇ ਪਦਾਰਥਾਂ ਨੂੰ ਬਰਤਨਾਂ ਦੇ ਵਿੱਚ ਪਾ ਕਰਕੇ ਨਾ ਗੱਡੇ ਦੇ ਉੱਪਰ ਲੱਦ ਲਓ। ਜਿੱਥੇ ਵੀ ਕਿਤੇ ਸਤਿਗੁਰੂ ਜੀ ਦੀ ਖੁਸ਼ੀ ਹੋ ਗਈ ਫਿਰ ਆਪਾਂ ਉੱਥੇ ਛਕਾ ਦਿਆਂਗੇ। ਗਮਨੋ ਸੰਗ ਪ੍ਰਸੰਤਾ ਧਰੈ। ਕਦੇ ਨਾ ਕਦੇ ਤਾਂ ਸਤਿਗੁਰੂ ਜੀ ਨੇ ਜ਼ਰੂਰ ਪ੍ਰਸੰਨ ਹੋ ਜਾਣਾ ਵੀ ਸਾਰੇ ਆ ਜਿਹੜੇ
ਤਿਆਰ ਕੀਤੇ ਹੋਏ ਪਦਾਰਥ ਬਰਤਨਾਂ ਦੇ ਵਿੱਚ ਪਾ ਕਰਕੇ ਗੱਡੇ ਤੇ ਲਾ ਲਓ। ਤੁਸੀਂ ਵੀ ਉਸੇ ਤਰ੍ਹਾਂ ਪਿੱਛੇ ਪਿੱਛੇ ਮਹਾਰਾਜ ਦੇ ਤੁਰੀ ਆਉਣਾ ਹੈ। लेह देग बंटन को करें। ਜਿੱਥੇ ਵੀ ਮਹਾਰਾਜ ਨੇ ਆਗਿਆ ਕਰਤੀ ਉੱਥੇ ਹੀ ਮੇਰਾ ਕੜਾ ਪ੍ਰਸ਼ਾਦ ਗੁਰੂ ਕੇ ਤਿਆਰ ਕੀਤੇ ਹੋਏ ਲੰਗਰ ਪਾਣੀ ਆਪਾਂ ਫਿਰ ਸੰਗਤਾਂ ਨੂੰ ਛਕਾ ਦੇਣੇ ਹਨ। गुरु बेरुख तुम सो लख महा। ਮੈਂ ਜਾਣ ਲਿਆ ਵੀ ਤੁਹਾਡੇ ਵੱਲ ਕੋਈ ਸਤਿਗੁਰੂ ਜੀ ਨੇ ਇਹ ਅਜੇ ਰੁੱਖ ਨਹੀਂ ਕੀਤਾ ਹੈ बख्शे हैं चलिए जह कहाँ। ਵੀ ਪਿੱਛੇ ਪਿੱਛੇ ਆਪਣਾ ਗੱਡਾ ਤੁਸੀਂ ਤੋਰ ਲਓ ਜਿੱਥੇ ਵੀ ਕਿਤੇ ਗੁਰੂ ਜੀ ਦੀ ਖੁਸ਼ੀ ਹੋ ਜਾਣੀ ਹੈ। हिम सुन के तिन सकट लदायो। ਇਹ ਸੁਣ ਕਰਕੇ ਭਾਈ ਦਿਆਲ ਦਾਸ ਜੀ ਨੇ ਗਰਮ ਗਰਮ ਕੜਾ ਪ੍ਰਸ਼ਾਦ ਵੀ ਨਾਨਾ ਪ੍ਰਕਾਰ ਦੇ ਪਦਾਰਥ ਵੱਡੇ ਵੱਡੇ ਬਰਤਨਾਂ 'ਚ ਪਾ ਕਰਕੇ ਉਹ ਫਿਰ ਗੱਡੇ ਦੇ ਵਿੱਚ ਲੱਦ ਲਏ ਹਨ। करके त्यार संग चलवायो। ਹੁਣ ਇਹ ਵੀ ਸਾਰੀ ਤਿਆਰੀ ਕਰਕੇ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਚੱਲ ਪਿਆ ਸੀ। आज्ञा गमन कीन सुख तामो। ਸੁੱਖ ਤਾਮੋ ਸੁੱਖਾਂ ਦੇ ਘਰ ਸਤਿਗੁਰੂ ਜੀ ਪੁੱਛੋ ਨਗਰ ਤੋਂ ਫਿਰ ਅੱਗੇ ਨੂੰ ਚੱਲ ਪਏ ਹਨ। डेरा कियस भागो ग्रामो। ਜਾ ਕਰਕੇ ਮਹਾਰਾਜ ਨੇ ਭਾਗੂ ਨਾਮ ਦੇ ਪਿੰਡ ਦੇ ਵਿੱਚ ਆਪਣੇ ਡੇਰੇ ਲਗਾ ਦਿੱਤੇ ਹਨ। दोहरा निस बिताए श्री सतगुरु करके सौच स्नान। ਜਦੋਂ ਇੱਥੇ ਇੱਕ ਰਾਤ ਬਤੀਤ ਕੀਤੀ ਜੋ ਹੈ ਸਤਿਗੁਰੂ ਜੀ ਦਾ ਇੱਕ ਬਹੁਤ ਪੱਕਾ ਨਿਯਮ ਧਾਰਨ ਕੀਤਾ ਹੋਇਆ ਹੈ ਵੀ ਅੰਮ੍ਰਿਤ ਵੇਲੇ ਜਾ ਕਰਕੇ ਇਸ਼ਨਾਨ ਵਗੈਰਾ ਕੀਤਾ ਸੀ। ਫਿਰ ਥੋੜ੍ਹੇ ਟਾਈਮ ਦੇ ਲਈ ਮਹਾਰਾਜ ਸਮਾਧੀ ਲਗਾ ਕਰਕੇ ਵੀ ਬੈਠਿਆ ਕਰਦੇ ਸਨ। गए बठिंडे दुर्ग को देखियो जाए महान। ਜਦੋਂ ਸਤਿਗੁਰੂ ਜੀ ਚੱਲ ਕਰਕੇ ਜਿਹੜਾ ਸੀ ਬਠਿੰਡੇ ਦਾ ਕਿਲ੍ਹਾ ਉਹਦੇ ਵਿੱਚ ਦੇਖਣ ਦੇ ਲਈ ਪਹੁੰਚ ਗਏ ਹਨ। चौपाई गुर बहीर में मिल चल आयो। ਉਹ ਸਮੇਂ ਜੋ ਭਾਈ ਗੋਦੜੀਆ ਜੀ ਇਹ ਵੀ ਸਿੰਘਾਂ ਦੇ ਦਲ ਦੇ ਨਾਲ ਮਿਲ ਕਰਕੇ ਨਾਲ ਹੀ ਆ ਗਿਆ ਸੀ। गोदड़िया जिह नाम कहायो। ਭਾਈ ਗੋਦੜੀਆ ਜੀ ਨਾਮ ਰਸੀਏ ਬ੍ਰਹਮੇ ਤੇ ਮਹਾਂਪੁਰ ਕੇ ਵੀ ਸੰਗਤਾਂ ਦੇ ਨਾਲ ਹੀ ਸਤਿਗੁਰੂ ਜੀ ਦੇ ਚਰਨਾਂ 'ਚ ਰਹਿਣ ਲੱਗ ਪਏ ਸਨ। दयाल दास पर सकट आहारा। ਹੁਣ ਭਾਈ ਦਿਆਲ ਦਾਸ ਜੀ ਨੇ ਉਹਨਾਂ ਭੋਜਨ ਪਦਾਰਥਾਂ ਦੇ ਨਾਲ ਆਪਣਾ ਗੱਡਾ ਭਰ ਕੇ ਲੱਦ ਲਿਆ ਸੀ। फिर लियो नह अंगीकार। ਹੁਣ ਸਤਿਗੁਰੂ ਜੀ ਦੇ ਪਿੱਛੇ ਪਿੱਛੇ ਗੱਡਾ ਲੈ ਕਰਕੇ ਫਿਰ ਰਹੇ ਹਨ। डेरा कियस गुर भगवान। ਪਰ ਜਦੋਂ ਭਗਵਾਨ ਦਾ ਰੂਪ ਮਹਾਰਾਜ ਨੇ ਇੱਥੇ ਆਪਣੇ ਡੇਰੇ ਲਗਾਏ ਸੀ उतरे सर्ब चौगिरदे आन। ਸੰਗਤਾਂ ਜੋਦੇ ਸੂਰਮੇ ਕਿਲੇ ਦੇ ਵਿੱਚ ਮਹਾਰਾਜ ਦੇ ਚਾਰੇ ਪਾਸੇ ਸਜ ਕਰਕੇ ਬੈਠ ਗਏ ਹਨ। निशा परी कर खान रोपान। ਜਦੋਂ ਹੋ ਗਿਆ ਥੋੜਾ ਜਿਹਾ ਰਾਤ ਦਾ ਟਾਈਮ ਸਾਰੇ ਪ੍ਰੇਮੀਆਂ ਨੇ ਰੁਚੀ ਦੇ ਮੁਤਾਬਕ ਲੰਗਰ ਪਾਣੀ ਤਿਆਰ ਕਰਕੇ ਛਕ ਲਏ ਹਨ। सुपत जता सुख कृपा निधान। ਸਤਿਗੁਰੂ ਜੀ ਨੇ ਵੀ ਬੜੇ ਸੋਹਣੇ ਪਲੰਗੇ ਦੇ ਉੱਪਰ ਬਿਰਾਜਮਾਨ ਹੋ ਕਰਕੇ ਥੋੜਾ ਟਾਈਮ ਆਰਾਮ ਕੀਤਾ ਸੀ। पैरा दीत सिंह है खड़ी। ਜਿਹੜੇ ਸੀ ਜੋਧੇ ਸੂਰਮੇ ਉਹ ਸਤਿਗੁਰੂ ਜੀ ਦੇ ਪਲੰਗੇ ਦੇ ਆਲੇ ਦੁਆਲੇ ਪਹਿਰਾ ਦੇਣ ਲੱਗ ਪਏ ਹਨ। बारी निज निज जागरण करी। ਹੁਣ ਜਿਹੜੇ ਆਪੋ ਆਪਣੀ ਬਾਰੀ ਦੇ ਮੁਤਾਬਕ ਪਹਿਰੇ ਤੇ ਬੜੀ ਸਾਵਧਾਨੀ ਦੇ ਨਾਲ ਖੜਿਆ ਕਰਦੇ ਸੀ। अर्ध रात मह कन्या आई। ਜਦੋਂ ਹੋ ਗਿਆ 12 ਕੁ ਦਾ ਟਾਈਮ ਅੱਧੀ ਰਾਤ ਉਹ ਸਮੇਂ ਇੱਕ ਕੰਨਿਆ ਮਹਾਰਾਜ ਦੇ ਪਾਸ ਪਹੁੰਚ ਗਈ ਸੀ। दीन प्रदक्षिणा गरीब निवाई। ਇਹਨੇ ਪਹਿਲਾਂ ਤਾਂ ਮਹਾਰਾਜ ਦੇ ਅੱਗੇ ਆ ਕਰਕੇ ਮੱਥਾ ਟੇਕਿਆ ਫਿਰ ਉਸ ਪਲੰਗੇ ਦੇ ਆਲੇ ਦੁਆਲੇ ਆ ਕੇ
ਪਰਿਕਰਮਾ ਕਰਨ ਲੱਗ ਪਈ ਹੈ। ਬਹੁ ਪ੍ਰਕਾਰ ਕੀ ਬਿਨੈ ਬਖਾਨੀ। ਦੋਵੇਂ ਹੱਥ ਜੋੜ ਕੇ ਬਾਰ-ਬਾਰ ਇਹਨੇ ਵੀ ਔਰ ਜੋਈਆਂ ਕੀਤੀਆਂ ਸਨ। ਤੁਮ ਆਈ ਮਮ ਬ੍ਰਿਥਾ ਪਛਾਨੀ। ਐ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਤਾਂ ਇਸ ਜੰਗਲ ਦੇ ਇਲਾਕੇ 'ਚ ਜਿਹੜੀ ਮੇਰੀ ਬਿਰਥ ਹੈ, ਮੇਰੀ ਪੀੜਾ ਹੈ, ਮੇਰਾ ਦੁੱਖ ਹੈ, ਮੇਰਾ ਕਸ਼ਟ ਹੈ, ਉਹਨੂੰ ਜਾਣ ਕਰਕੇ ਤਾਂ ਫਿਰ ਆਪ ਜੀ ਨੇ ਇਸ ਜੰਗਲ ਦੇ ਇਲਾਕੇ ਦੇ ਵਿੱਚ ਚਰਨ ਪਾਏ ਹਨ। ਜੰਗਲ ਦੀਸ਼ ਜਿਤ ਕਛਿਤ ਜੋਈ। ਹੁਣ ਜਿਤਨੀ ਵੀ ਆ ਜੰਗਲ ਦੇ ਇਲਾਕੇ ਦੀ ਧਰਤੀ ਚਾਰੇ ਪਾਸੇ ਦੂਰ ਦੂਰ ਤੱਕ ਪੈਂਦੀ ਸੀ। ਧਰ ਸਰੂਪ ਮੈਂ ਆਈ ਸੋਈ। ਉਹ ਜਿਹੜੀ ਧਰਤੀ ਹੀ ਇੱਕ ਕੰਨਿਆ ਦਾ ਰੂਪ ਧਾਰਨ ਕਰਕੇ ਸਤਿਗੁਰੂ ਜੀ ਦੇ ਪਾਸ ਆਪਣਾ ਦੁੱਖ, ਆਪਣੀ ਜਿਹੜੀ ਪੀੜਾ ਮਟਾਉਣ ਦੇ ਲਈ ਹਾਜ਼ਰ ਹੋ ਗਈ ਹੈ। ਦੇਵ ਜੋਗ ਕਰ ਤੁਮ ਆਗਵਨੂ। ਸੱਚੇ ਪਾਤਸ਼ਾਹ ਕੁਦਰਤੀ ਤੌਰ ਤੇ ਆਪ ਨੇ ਇਸ ਜੰਗਲ ਦੇ ਇਲਾਕੇ ਨੂੰ ਹੀ ਆ ਕਰਕੇ ਨਿਹਾਲ ਕਰ ਦਿੱਤਾ ਹੈ। ਸਗਰੋ ਦੀਸ਼ ਕਰੋ ਅਬ ਰਵਨੂ। ਸੱਚੇ ਪਾਤਸ਼ਾਹ ਹੁਣ ਆਪ ਨੇ ਹੀ ਇਸ ਜੰਗਲ ਦੇ ਇਲਾਕੇ ਨੂੰ ਬੜੀਆਂ ਰੌਣਕਾਂ ਬਖਸ਼ਣੀਆਂ ਹਨ। ਇਕ ਤੋ ਕਾਣੋ ਦੀਪ ਭਿਆਨਾ। ਇੱਕ ਤਾਂ ਸੱਚੇ ਪਾਤਸ਼ਾਹ ਵੀ ਜਿਹੜਾ ਕਾਣਾ ਦਿਓ ਆ ਬਠਿੰਡੇ ਦੇ ਇਲਾਕੇ ਦੇ ਵਿੱਚ ਰਹਿਣ ਵਾਲਾ ਹੈ। ਬਸ ਹੈ ਦੁਰਗ ਮਹਿ ਦੁਸ਼ਟ ਮਹਾਨਾ। ਇਹ ਜਿਹੜਾ ਕਾਣਾ ਦਿਓ ਬੜਾ ਦੁਸ਼ਟ ਹੈ, ਬੜਾ ਪਾਪੀ ਹੈ ਤੇ ਹਰ ਵਕਤ ਪਬਲਿਕ ਦਾ, ਲੋਕਾਂ ਦਾ ਬੜਾ ਨੁਕਸਾਨ ਵੀ ਕਰਦੇ ਰਹਿੰਦੇ ਹਨ। ਸ਼ੈ ਅਨਾਜ ਕੀ ਬਦਨ ਨਾ ਦੀਤ। ਇਹ ਜ਼ਿਮੀਂਦਾਰਾਂ ਦੀਆਂ ਜਿਹੜੀਆਂ ਫਸਲਾਂ ਨੇ ਉਸ ਦੇ ਅਨਾਜ ਨੂੰ ਕਦੇ ਨੇ ਬਦਨ ਨਹੀਂ ਦਿੱਤਾ ਹੈ। ਛੀਨ ਨਰਨ ਤੇ ਖਾਏ ਸੋ ਲੀਤ। ਹੋਰ ਤਾਂ ਕਹਿਣਾ ਕੀ ਹੈ, ਜਿਹੜੇ ਵਿਚਾਰੇ ਭੋਲੇ ਭਾਲੇ ਲੋਕ ਉਹਨਾਂ ਨੂੰ ਪਤਾ ਤਾਂ ਕੋਈ ਲੱਗਦਾ ਨਹੀਂ। ਘਰਾਂ ਦੇ ਵਿੱਚੋਂ ਹੀ ਬਹੁਤ ਸਾਰਾ ਅੰਨ ਚੁੱਕ ਕਰਕੇ ਇਹ ਜਿਹੜਾ ਕਾਣਾ ਦਿਓ ਖਾ ਜਾਂਦਾ ਹੈ। ਇਸ ਕੋ ਕਰੋ ਨਿਕਾਸਨ ਜਬੈ। ਸੱਚੇ ਪਾਤਸ਼ਾਹ ਜਦੋਂ ਨਾ ਇਹ ਦੁਸ਼ਟ ਪਾਪੀ ਕਾਣਾ ਦਿਓ ਇਹ ਸਭ ਠੰਡੇ ਦੇ ਕਿਲੇ ਦੇ ਵਿੱਚੋਂ ਨਿਕਲ ਜਾਏਗਾ। ਜਿਨ ਪ੍ਰਤ ਦੀਸ਼ ਬਸ ਹੈ ਗੋ ਸਬੈ। ਫਿਰ ਇਸ ਜੰਗਲ ਦੇ ਇਲਾਕੇ 'ਚ ਚਾਰੇ ਪਾਸੇ ਜਿਹੜੀਆਂ ਬੜੀਆਂ ਫਸਲਾਂ ਹੀ ਫਸਲਾਂ ਹੋਣ ਲੱਗ ਪੈਣੀਆਂ ਹਨ। ਪੁਨ ਉਪਜਹਿਗੇ ਅੰਨ ਮਹਾਨੀ। ਆ ਜਿਹੜਾ ਅੰਨ ਇਹ ਵੀ ਕਈ ਗੁਣਾ ਜ਼ਿਆਦਾ ਪਹਿਲਾਂ ਦੇ ਨਾਲੋਂ ਇਸ ਇਲਾਕੇ ਦੇ ਵਿੱਚ ਪੈਦਾ ਹੋਣ ਲੱਗ ਜਾਏਗਾ। ਤੁਮ ਆਗਵਨ ਪ੍ਰਤਾਪ ਪਛਾਨੀ। ਸੱਚੇ ਪਾਤਸ਼ਾਹ ਹੁਣ ਆਪ ਦੇ ਤੇਜ ਪ੍ਰਤਾਪ ਦਾ ਸਦਕਾ ਇਸ ਜੰਗਲ ਦੇ ਇਲਾਕੇ 'ਚੋਂ ਵੀ ਬੜੀਆਂ ਫਸਲਾਂ ਪੈਦਾ ਹੋਣ ਲੱਗ ਪੈਣੀਆਂ ਹਨ। ਸੁਨ ਸਤਿਗੁਰ ਕੰਨਿਆ ਤੇ ਸਭੈ। ਜਦੋਂ ਉਸ ਕੰਨਿਆ ਦੇਵੀ ਨੇ ਮਹਾਰਾਜ ਦੇ ਅੱਗੇ ਬਾਰ-ਬਾਰ ਹੱਥ ਜੋੜੇ ਸੀ, ਸੁਣ ਕੇ ਦਸ਼ਮੇਸ਼ ਪਿਤਾ ਫਿਰ ਕਹਿਣ ਲੱਗੇ ਸੀ, ਧੀਰਜ ਦੀਨਸ ਕਹਿ ਮ੍ਰਿਦ ਤਬੈ। ਜਿਹੜੀ ਇਹ ਜੰਗਲ ਦੇ ਇਲਾਕੇ ਦੀ ਧਰਤੀ ਇੱਕ ਕੰਨਿਆ ਦਾ ਰੂਪ ਧਾਰਨ ਕਰਕੇ ਆਈ। ਸਤਿਗੁਰੂ ਜੀ ਨੇ ਉਸ ਸਮੇਂ ਨੂੰ ਵੀ ਬੜਾ ਤਰਵਾਸ ਬਖਸ਼ਿਆ ਸੀ। ਸੁਭਤ ਜਥਾ ਸੁਖ ਰਾਤ ਬਿਤਾਈ। ਜਦੋਂ ਮਹਾਰਾਜ ਨੇ ਬੜੇ ਸੁੱਖਾਂ ਦੇ ਸਮੇਤ ਇਹ ਰਾਤ ਬਤੀਤ ਕਰ ਲਈ ਹੈ। ਸੌਚ ਇਸ਼ਨਾਨ ਪ੍ਰਾਤ ਹੋਈ ਆਈ। ਅੰਮ੍ਰਿਤ ਵੇਲੇ ਸਾਰੇ ਪ੍ਰੇਮੀ ਯੋਧੇ ਸੂਰਮੇ ਬਹਾਦਰ ਆਪਣੇ ਆਪ ਹੀ ਸਾਵਧਾਨ ਹੋ ਗਏ ਹਨ। ਬੈਠੇ ਸਤਿਗੁਰ ਲਾਏ ਦੀਵਾਨ। ਥੋੜਾ ਜਿਹਾ ਪੌ ਫਟਾਲੇ ਤੋਂ ਹੀ ਸਤਿਗੁਰੂ ਜੀ ਨੇ ਆਪਣਾ ਰੂਹਾਨੀ ਦੀਵਾਨ ਸਜਾ ਲਿਆ ਹੈ। ਇੱਕ ਪੰਡਤ ਗੁਰ ਸੰਗ ਮਹਾਨ। ਉਸ ਸਮੇਂ ਇੱਕ ਪੰਡਤ ਜੋਤਸ਼ੀ ਇਹ ਵੀ ਕੁਦਰਤੀ ਤੌਰ ਤੇ ਮਹਾਰਾਜ ਦੇ ਪਾਸ ਚੱਲ ਕਰਕੇ ਆ ਗਿਆ ਸੀ। ਸੋ ਪੀ ਤਿਰਿਓ ਆਨ ਕਰ ਪਾਸ। ਹੁਣ ਇਹ ਵੀ ਸੰਗਤਾਂ ਦੇ ਵਿੱਚ ਬੈਠ ਕੇ
ਦਸ਼ਮੇਸ਼ ਪਿਤਾ ਦਾ ਦਰਸ਼ਨ ਕਰ ਰਿਹਾ ਹੈ। ਸ਼੍ਰੀ ਪ੍ਰਭ ਕਰਿਓ ਪ੍ਰਸੰਗ ਪ੍ਰਕਾਸ਼। ਉਸ ਸਮੇਂ ਸਤਿਗੁਰੂ ਜੀ ਨੇ ਫਿਰ ਪਰੇ ਦੀਵਾਨ ਦੇ ਵਿੱਚ ਉਸ ਕਾਣੇ ਦਿਓ ਦੀ ਜਿਹੜੀ ਵਾਰਤਾ ਸ਼ੁਰੂ ਕੀਤੀ ਹੈ ਵੱਡੋ ਦੁਰਗ ਇਹ ਰਚਬੋ ਕਰਿਓ। ਵੀ ਇਹ ਰਾਜੇ ਮਹਾਰਾਜੇ ਨੇ ਕਿਤਨਾ ਵੱਡਾ ਕਿਲਾ ਤਿਆਰ ਕਰਵਾਇਆ ਹੈ। ਵੱਡੋ ਦੀਪ ਵਿੱਚ ਬਾਸਾ ਧਰਿਓ। ਪਰ ਹੁਣ ਇਹਦੇ ਵਿੱਚ ਆ ਕਰਕੇ ਇੱਕ ਕਾਣਾ ਜਿਹੜਾ ਦਿਓ ਉਹ ਵੀ ਬੜੇ ਲੰਮੇ ਸਮੇਂ ਤੋਂ ਰਹਿਣ ਲੱਗ ਪਿਆ ਹੈ। ਦੇਸ਼ ਉਜਾਰਨ ਮਹਿ ਜਿਹ ਆਸ਼ੈ। ਹੁਣ ਉਹ ਜਿਹੜਾ ਕਾਣਾ ਦਿਓ ਇਸ ਸਾਰੇ ਇਲਾਕੇ ਨੂੰ ਇਹ ਚਾਰੇ ਪਾਸਿਆਂ ਤੋਂ ਉਜਾੜਨਾ ਚਾਹੁੰਦਾ ਸੀ। ਕਹੋ ਵਿਪਰ ਕਿਮ ਤਿਸੈ ਨਿਕਾਸੈ। ਸਤਿਗੁਰੂ ਜੀ ਆਪਣੀ ਮੌਤ ਦੇ ਵਿੱਚ ਆ ਕਰਕੇ ਪੁੱਛਣ ਲੱਗੇ ਉਸ ਪੰਡਤ ਜੋਤਸ਼ੀ ਨੂੰ ਵੀ ਦੱਸ ਇਸ ਕਾਣੇ ਦੈਤ ਨੂੰ ਕਿਵੇਂ ਇਸ ਕਿਲੇ ਦੇ ਵਿੱਚੋਂ ਕੱਢਿਆ ਜਾ ਸਕਦਾ ਹੈ। ਸੁਨ ਪੰਡਿਤ ਇਮ ਬਾਕ ਬਖਾਨਿਓ। ਸੁਣ ਕਰਕੇ ਉਸ ਸਮੇਂ ਉਹ ਜਿਹੜਾ ਪੰਡਤ ਜੋਤਸ਼ੀ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗ ਪਿਆ ਸੀ। ਮਹਾਪੁਰਖ ਤੁਮ ਸਭ ਕਿਛ ਜਾਣਿਓ। ਸੱਚੇ ਪਾਤਸ਼ਾਹ ਵੀ ਆਪ ਤਾਂ ਖੁਦ ਹੀ ਬੇਅੰਤ ਕਰਾਮਾਤਾਂ ਸ਼ਕਤੀਆਂ ਦੇ ਮਾਲਕੋਂ ਇੱਕ ਨਿਰਗੁਣ ਪਰਮਾਤਮਾ ਨੇ ਹੀ ਜੀਵਾਂ ਦੇ ਭਲੇ ਵਾਸਤੇ ਆਪ ਜੀ ਦਾ ਇਹ ਸਰਗੁਣ ਸਰੂਪ ਜਿਹੜਾ ਧਾਰਨ ਕੀਤਾ ਹੋਇਆ ਹੈ। ਬੂਝਿਓ ਮੋਹਿ ਕਹੋ ਪ੍ਰਭ ਪਾਸੀ। ਜਦੋਂ ਹੁਣ ਸਤਿਗੁਰੂ ਜੀ ਨੇ ਆਪ ਹੀ ਇਸ ਪੰਡਤ ਦੇ ਕੋਲੋਂ ਪੁੱਛਣਾ ਕੀਤਾ ਹੈ। ਰਚਿਓ ਦੁਰਗ ਇਹ ਮਹਾਮਵਾਸੀ। ਸੱਚੇ ਪਾਤਸ਼ਾਹ ਵੀ ਇਹ ਜਿਹੜਾ ਬਠਿੰਡੇ ਦਾ ਕਿਲਾ ਆਪਣੀ ਰੱਖਿਆ ਕਰਨ ਵਾਸਤੇ ਬਿਨੈਪਾਲ ਰਾਜੇ ਨੇ ਤਿਆਰ ਕਰਵਾਇਆ ਸੀ। ਬਿਨੈਪਾਲ ਮਹਿਪਾਲ ਵਡੇਰਾ। ਜੋ ਕਾਫੀ ਸਮਾਂ ਪਹਿਲਾਂ ਇਸ ਇਲਾਕੇ ਦੇ ਵਿੱਚ ਇੱਕ ਬਿਨੈਪਾਲ ਨਾਮ ਦਾ ਮਹਾਰਾਜਾ ਹੋਇਆ ਹੈ। ਰਚਿਓ ਦੁਰਗ ਧਨ ਦੀ ਬਹੁ ਤੇਰਾ। ਉਸ ਨੇ ਬੜੀ ਮਾਇਆ ਬੜਾ ਜਿਹੜਾ ਖਰਚ ਧਨ ਕਰਕੇ ਫਿਰ ਇਸ ਬਠਿੰਡੇ ਦੇ ਕਿਲੇ ਦੀ ਉਹ ਸਾਰੀ ਕਰਵਾਈ ਸੀ। ਭਇਓ ਮਹੀਪ ਗੋਰੀਆ ਜਬੈ। ਪਰ ਜਦੋਂ ਫਿਰ ਅੱਗੇ ਗੋਰੀਆ ਨਾਮ ਦਾ ਰਾਜਾ ਹੋਇਆ ਸੀ। ਇਸ ਮੈਂ ਭਾ ਪਰਵੇਸ਼ ਸੋ ਤਬੈ। ਜਦੋਂ ਗੋਰੀਆ ਰਾਜਾ ਆਪਣੀ ਸੈਨਾ ਨੂੰ ਲੈ ਕੇ ਇਸ ਕਿਲੇ ਦੇ ਵਿੱਚ ਪ੍ਰਵੇਸ਼ ਹੋਇਆ ਸੀ। ਉਪਰ ਤੇ ਬਿਦਾਰ ਤਿਨ ਦੀਨਾ। ਉਸ ਨੇ ਨਾ ਇਸ ਕਿਲੇ ਨੂੰ ਉੱਪਰਲੇ ਪਾਸੇ ਤੋਂ ਕਾਫੀ ਢਾਹ ਕਰਕੇ ਨੀਵਾਂ ਕਰ ਦਿੱਤਾ ਸੀ। ਉਤੋਂ ਵਿਸਾਲ ਅਲਪ ਇਹ ਕੀਨਾ। ਹੁਣ ਤਾਂ ਭਾਵੇਂ ਪਹਿਲਾਂ ਦੇ ਨਾਲੋਂ ਬਹੁਤ ਛੋਟੇ ਜਿਹੇ ਆਕਾਰ ਦਾ ਰਹਿ ਗਿਆ, ਪਰ ਬਿਨੈਪਾਲ ਮਹਾਰਾਜੇ ਨੇ ਬਹੁਤ ਉੱਚੀਆਂ ਉੱਚੀਆਂ ਜਿਹੜੀਆਂ ਬਿਲਡਿੰਗਾਂ, ਉੱਚੇ ਉੱਚੇ ਜਿਹੜੇ ਮਨਾਰੇ ਇਸ ਕਿਲੇ ਦੇ ਅੰਦਰਲੇ ਪਾਸੇ ਬਣਵਾਏ ਹੋਏ ਸਨ। ਹਾਥੀ ਕੋ ਬਲ ਦੇਹੋ ਇਸ ਥਾਨ। ਸੱਚੇ ਪਾਤਸ਼ਾਹ ਵੀ ਜੇ ਕਿਤੇ ਇੱਥੇ ਹਾਥੀ ਦੀ ਬਲੀ ਦਿੱਤੀ ਜਾਏ ਤਾਂ ਫਿਰ ਆ ਜਿਹੜਾ ਕਾਣਾ ਦਿਓ ਕਿਲੇ ਦੇ ਵਿੱਚੋਂ ਬਾਹਰ ਨਿਕਲ ਸਕਦਾ ਹੈ। ਤਉ ਇਸ ਕੇ ਵਿੱਚ ਕਰੋ ਭਿਆਨ। ਫਿਰ ਸੱਚੇ ਪਾਤਸ਼ਾਹ ਇਸ ਕਿਲੇ ਨੂੰ ਉਹ ਸਦਾ ਦੇ ਲਈ ਛੱਡ ਜਾਏਗਾ। ਦੇਵ ਆਦ ਜੋ ਅਪਰ ਸਨਾਤ। ਹੈਂ? ਦੇਵ ਆਦ ਜੋ ਅਪਰ ਸਨਾਤ। ਜੋ ਵੀ ਇਹੋ ਜਿਹੇ ਦੇਵੀ ਦੇਵਤੇ ਵਗੈਰਾ ਹੋਇਆ ਕਰਦੇ ਹਨ, ਸਭ ਚੱਲ ਜਾਹੇ ਨਾ ਰਹਿ ਕਦਾਂਤ। ਆ ਜਿਹੜੀਆਂ ਹੋਰ ਕਾਣੇ ਦਿਓ ਦੇ ਸਮੇਤ ਬਹੁਤ ਸਾਰੀਆਂ ਬਦਰੂਹਾਂ ਰਹਿੰਦੀਆਂ ਨੇ ਨਾ ਇਸ ਕਿਲੇ ਦੇ ਵਿੱਚ। ਜਦੋਂ ਹਾਥੀ ਦੀ ਬਲੀ ਦਿੱਤੀ ਗਈ ਉਹ ਫਿਰ ਸਾਰੀਆਂ ਹੀ ਇਸ ਕਿਲੇ ਦੇ ਵਿੱਚੋਂ ਬਾਹਰ ਚਲੀਆਂ ਜਾਣੀਆਂ ਹਨ। ਬਿਨਾ ਦੀਏ ਬਲ ਪੀ ਚੱਲ ਜਾਬੋ। ਪਰ ਸੱਚੇ ਪਾਤਸ਼ਾਹ ਵੀ ਜੇ ਆਪ ਕਿਰਪਾ ਕਰੋ ਤਾਂ ਫਿਰ ਇਹੋ ਜਿਹੇ ਵੱਡੇ ਵੱਡੇ
ਦਿਓ। ਇਹ ਤਾਂ ਸੁਤੇ ਸਿੱਧੀ ਕਿਲ੍ਹੇ ਦੇ ਵਿੱਚੋਂ ਬਾਹਰ ਨਿਕਲ ਸਕਦੇ ਹਨ, ਪਰ ਜਿਹੜੇ ਇਹੋ ਜਿਹੇ ਭਿਆਨਕ ਦੁਖਦਾਈ ਜਿਹਨੂੰ ਕਹਿੰਦੇ ਨੇ ਕਾਣਾ ਦਿਓ, ਇਹ ਸਾਰੇ ਹੀ ਸਤਿਗੁਰੂ ਜੀ ਦੇ ਚਰਨਾਂ ਦੇ ਸੇਵਕ ਨੇ, ਦਾਸ ਨੇ। ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਕੀ ਵਡਿਆਈ। ਦਰਅਸਲ ਇਹ ਸਤਿਗੁਰੂ ਜੀ ਦੀ ਬੜੀ ਅਚਰਜ ਖੇਲ ਹੈ। ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ 12,000 ਫੌਜਾਂ ਦੇ ਪਹਿਰੇ ਦੇ ਥੱਲੇ ਆਗਰੇ ਤੋਂ ਦਿੱਲੀ ਸ਼ਹਿਰ ਦੇ ਵਿੱਚ ਲਿਆਂਦਾ ਗਿਆ, ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਪੁੱਛਣ ਲੱਗਿਆ ਵੀ ਕਾਜੀ ਮਲਾਣਿਆਂ ਨੂੰ ਦੱਸੋ, ਹੁਣ ਹਿੰਦੂਆਂ ਦੇ ਗੁਰੂ ਦੀ ਕਿੱਥੇ ਆਪਾਂ ਰਿਹਾਇਸ਼ ਕਰਵਾਈਏ। ਜਿਹੜੇ ਸੀ ਬੜੇ ਤਰਕਵਾਦੀ ਲੋਕ ਕਾਜੀ ਮਲਾਣੇ ਕਹਿਣ ਲੱਗੇ ਬਾਦਸ਼ਾਹ ਸਲਾਮਤ ਵੀ ਇੱਥੇ ਕਿਉਂ ਜੀ, ਬਹੁਤ ਵੱਡੀ ਭਿਆਨਕ ਹਵੇਲੀ ਹੈ ਜਿਹਦੇ ਵਿੱਚ ਕੋਈ ਉਹ ਜਿਹਾ ਬੜਾ ਭਾਰਾ ਜਨ ਰਹਿੰਦਾ ਹੈ। ਡਰਦੇ ਹੋਏ ਲੋਕ ਦਿੰਦੇ ਮੌਕੇ ਵੀ ਉਸ ਹਵੇਲੀ ਦੇ ਨੇੜੇ ਨਹੀਂ ਲੰਘਦੇ। ਆਪਾਂ ਫਿਰ ਹਿੰਦੂਆਂ ਦੇ ਗੁਰੂ ਦੀ ਜਿਹੜੀ ਰਿਹਾਇਸ਼ ਆ ਉਸ ਹਵੇਲੀ ਦੇ ਵਿੱਚ ਕਰਵਾ ਦਿੰਦੇ ਆ। ਜੇ ਤਾਂ ਹੋਏ ਕਰਾਮਾਤ ਸ਼ਕਤੀ ਦੇ ਮਾਲਕ ਤਾਂ ਫਿਰ ਬਚ ਜਾਣਗੇ, ਨਹੀਂ ਤਾਂ ਫਿਰ ਦਿਨ ਚੜ੍ਹਦੇ ਨੂੰ ਉਸ ਜਿੰਨ ਨੇ ਗੁਰੂ ਜੀ ਨੂੰ ਖਤਮ ਕਰ ਦੇਣਾ, ਪਰ ਉਹਦਾ ਵੀ ਭਲਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੀਤਾ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਜੀ ਨੇ ਵੀ ਐਸੀ ਜਿਹੜੀ ਇੱਕ ਕਲਾ ਵਰਤਾਉਣੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਬਿਨਾ ਦੀਏ ਬਲ ਭੀ ਚੱਲ ਜਾਵੋ, ਹੋ ਸਮਰੱਥ ਜਿਮ ਚਾਹੋ ਬਨਾਵੋ। ਬਿਨਾ ਦੀਏ ਬਲ ਭੀ ਚੱਲ ਜਾਵੋ, ਹੋ ਸਮਰੱਥ ਜਿਮ ਚਾਹੋ ਬਨਾਵੋ। हे चौथ हे पार ब्रह्म ਅਬਨਾਸੀ ਅਗਨਾਸ